ਵਾਹਿਗੁਰੂ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਮਹੀਨਾਵਾਰੀ ਸਮਾਗਮ ਜੋ ਸਤਿਗੁਰਾਂ ਦੀ ਕਿਰਪਾ ਸਦਕਾ ਬਾਬਾ ਜੀ ਦੇ ਬਚਨਾਂ ਦੁਆਰਾ ਇਹ ਦਸਵੀਂ ਦਾ ਦਿਹਾੜਾ ਜਦੋਂ ਤੋਂ ਸਥਾਨ ਬਣਿਆ ਸਮਾਗਮ ਹੋਏ ਵੱਡੇ, ਉਦੋਂ ਬਾਬਾ ਜੀ ਨੇ ਹੁਕਮ ਕੀਤਾ ਕਿ ਦਸਵੀਂ ਦਾ ਦਿਹਾੜਾ ਮਨਾਓ। ਮਹਾਂਪੁਰਖਾਂ ਦਾ ਕੋਈ ਵੀ ਬਚਨ, ਇਸ਼ਾਰਾ, ਕਿਤੇ ਚਰਨ ਪਾਉਣ, ਕਿਵੇਂ ਕੋਈ ਬਚਨ ਕਰਨ, ਹਰ ਪੱਖ ਦੇ ਵਿੱਚ ਜੀਵ ਨੂੰ ਤਾਰਨਾ ਹੀ ਹੁੰਦਾ ਹੈ। ਬਹਾਨਾ ਕੋਈ ਵੀ ਬਣਾ ਲੈਣ। ਦਸਵੀਂ ਮਨਾਉਣਗੇ, ਇੱਥੇ ਸੰਗਤਾਂ ਜੁੜਨਗੀਆਂ, ਉਹਨਾਂ ਦੇ ਮਨ ਜੁੜਨਗੇ, ਸੰਗਤ ਕਰਨਗੇ। ਜਿਸ ਸੰਗਤ ਦੀ ਪ੍ਰੋੜਤਾ ਸਤਿਗੁਰਾਂ ਨੇ ਬਾਣੀ ਅੰਦਰ ਬੇਅੰਤ ਕੀਤੀ ਹੈ, ਸੰਗਤ ਕਰਦਿਆਂ ਕਰਦਿਆਂ ਜਪਣਗੇ ਤੇ ਇਹਨਾਂ ਦਾ ਪਰਮਾਤਮਾ ਨਾਲ ਪ੍ਰੇਮ ਬਣੇਗਾ, ਸਾਂਝ ਬਣੇਗੀ। ਉਸ ਟੀਚੇ ਨੂੰ, ਉਸ ਮਨੋਰਥ ਨੂੰ ਮੁੱਖ ਰੱਖਦਿਆਂ ਬਾਬਾ ਜੀ ਨੇ ਇਹ ਹੁਕਮ ਕੀਤਾ। ਦਸਵੀਂ ਦਾ ਤਿਉਹਾਰ ਸਭ ਸੰਗਤਾਂ ਜਿਹੜੇ ਦਸਵੀਂ 'ਤੇ ਪਹੁੰਚਦੇ ਹੋ, ਜਿਵੇਂ ਕਿਸੇ ਸਥਾਨਾਂ 'ਤੇ ਮੱਸਿਆ ਮਨਾਈ ਜਾਂਦੀ ਹੈ, ਨਾਨਕਸਰ ਪੂਰਨਮਾਸ਼ੀ ਬਾਬਾ ਅਨੰਦ ਸਿੰਘ ਮਹਾਰਾਜ ਦਾ ਹੁਕਮ ਪੂਰਨਮਾਸ਼ੀ ਮਨਾਓ। ਤੋ ਉੱਥੇ ਜਿਵੇਂ ਪੂਰਨਮਾਸ਼ੀ ਦਾ ਮਹਾਤਮ ਹੈ, ਕਿਤੇ ਮੱਸਿਆ ਦੇ ਮਹਾਤਮ, ਇਸੇ ਤਰ੍ਹਾਂ ਉਸ ਸਮੇਂ ਸਤਿਗੁਰਾਂ ਦੀ ਆਪ ਦੀ ਰਸਨਾ ਤੋਂ ਬਚਨ, ਕਿਤੇ ਇਹ ਤਿਉਹਾਰ ਮਨਾਓ। ਇੱਥੇ ਫਿਰ ਮਹਾਂਪੁਰਖਾਂ ਦੇ ਰੂਪ ਵਿੱਚ ਸਾਧ ਰੂਪ ਆਪਣਾ ਤਨ ਧਾਰਿਆ, ਮਹਾਂਪੁਰਖਾਂ ਦੇ ਰੂਪ ਵਿੱਚ ਹੋ ਕੇ ਬਚਨ ਕੀਤੇ। ਫਲ ਉਨਾ ਹੀ ਸਤਿਗੁਰਾਂ ਦੇ ਬਚਨ ਕਮਾਉਣ ਦਾ, ਮਹਾਂਪੁਰਖਾਂ ਦੇ ਬਚਨ ਕਮਾਉਣ ਦਾ ਫਲ ਬਹੁਤ ਵੱਡਾ ਹੈ। ਜਿਵੇਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਅੰਦਰ ਇੱਕ ਸਾਧੂ ਦੇ ਚਰਨ ਪਾਉਣ ਦੀ ਬਰਕਤ ਨੂੰ ਕਥਨ ਕੀਤਾ ਹੈ। ਆਪ ਜਦੋਂ ਮੱਥਾ ਟੇਕਦੇ ਹੋ, ਸਾਹਮਣੇ ਪੰਕਤੀ ਵੀ ਲਿਖੀ ਹੈ ਗੁਰੂ ਨਾਨਕ ਸਾਹਿਬ ਦੇ ਸਰੂਪ ਦੇ ਉੱਪਰ, 68 ਤੀਰਥ ਜਹ ਸਾਧ ਪੱਗ ਧਰੈ, ਤਾਹਾਂ ਬੈਕੁੰਠ ਜਹ ਨਾਮ ਉਚਰੈ। 68 ਤੀਰਥਾਂ ਦਾ ਫਲ ਹੈ ਉੱਥੇ, ਜਿੱਥੇ ਸਾਧੂ ਚਰਨ ਧਰਨ। ਉਹੀ ਬੈਕੁੰਠ ਹੈ ਜਿੱਥੇ ਨਾਮ ਜਪਿਆ ਜਾਂਦਾ ਹੈ, ਗੁਣ ਗਾਏ ਜਾਂਦੇ, ਸੰਗਤ ਕੀਤੀ ਜਾਂਦੀ ਹੈ। ਕਬੀਰ ਸਾਹਿਬ ਨੇ ਬੈਕੁੰਠ ਦਾ ਜਿਹੜਾ ਨਕਸ਼ਾ ਹੈ ਨਾ, ਉਹ ਤਾਂ ਸਤ ਸੰਗਤ ਹੀ, ਸਾਧ ਸੰਗਤ ਬੈਕੁੰਠ ਹੈ ਆਹੇ, ਸਾਧ ਸੰਗਤ ਹੀ ਬੈਕੁੰਠ ਹੈ ਕਹਿੰਦੇ ਕਬੀਰ ਸਾਹਿਬ। ਕਹਿੰਦੇ ਜਿੱਥੇ ਜੁੜ ਕੇ ਗਾਏ ਜਾਣ ਗੁਣ, ਸੁਣੇ ਜਾਣ ਰੱਬ ਦੀ ਯਾਦ ਵਿੱਚ, ਉਦੋਂ ਹੋਰ ਕਿਹੜਾ ਸੱਚਖੰਡ ਹੈ। ਕਹਿੰਦੇ ਉਸ ਸੱਚਖੰਡ ਵਿੱਚ ਵਾਸਾ ਕਰਦਾ ਹੈ, ਤਾਂ ਜਿੱਥੇ ਸਾਧ ਸੰਗਤ ਹੈ ਉੱਥੇ ਵੀ ਵਸਦਾ ਹੈ। ਤਾਂ ਉਸੇ ਆਸ਼ ਅਨੁਸਾਰ ਸੰਗਤਾਂ ਬਾਬਾ ਜੀ ਦਾ ਹੁਕਮ ਮੰਨਦੀਆਂ ਹੋਈਆਂ ਇਹ ਮਹੀਨਾਵਾਰੀ ਸਮਾਗਮ ਵਿੱਚ ਜੁੜ ਕੇ ਆਪਾਂ ਆਨੰਦ ਮਾਣਦੇ ਹਾਂ। ਸੰਤੋ ਸਾਗਰ ਪਾਰ ਉਤਰੀਏ, ਜੇ ਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਏ। ਸ਼ਹੀਦੀ ਦਿਹਾੜੇ ਚੱਲ ਰਹੇ ਆ। ਭਾਈ ਸੁਰਿੰਦਰ ਸਿੰਘ ਸ਼ਾਂਦ, ਉਹਨਾਂ ਤੋਂ ਬਾਬਾ ਜੀ ਦੀ ਸਤਿਗੁਰਾਂ ਦੀ ਉਪਮਾ, ਉਹ ਯਾਦਾਂ ਸਰਵਣ ਕੀਤੀਆਂ ਜੋ ਸਤਿਗੁਰਾਂ ਸਮੇਂ ਬੀਤੇ ਹੋਏ ਇਤਿਹਾਸ, ਉਹ ਸਾਰਾ ਨਕਸ਼ਾ। ਤੋ ਆਪਣੀ ਸੋਚ ਨੂੰ ਸਦਾ ਹੀ ਗੁਰ ਇਤਿਹਾਸ ਨਾਲ, ਗੁਰੂ ਚਰਨਾਂ ਨਾਲ ਜੋੜਨ ਦਾ ਯਤਨ ਕਰਦੇ ਰਹਿਣਾ ਚਾਹੀਦਾ। ਵੇਖੋ ਉਮਰ ਤਾਂ ਬੰਦੇ ਦੀ ਭਾਵੇਂ ਸਦਾ ਹੀ ਸਵਾਸ ਚੱਲ ਰਹੇ, ਜ਼ਿੰਦਗੀ ਚੱਲ ਰਹੀ ਹੈ, ਭਾਵੇਂ ਘਰੇ ਆ, ਭਾਵੇਂ ਕਿਸੇ ਤੀਰਥ 'ਤੇ, ਭਾਵੇਂ ਕਿਤੇ ਵੀ ਹੈ, ਜ਼ਿੰਦਗੀ ਨਿਰੰਤਰ ਚੱਲ ਰਹੀ ਹੈ, ਸਵਾਸ ਚੱਲ ਰਿਹਾ, ਭਾਵੇਂ ਉਹ ਸਰਬ ਸੁੱਤਾ ਕਿਉਂ ਨਹੀਂ ਹੋਇਆ। ਪਰ ਕਹਿੰਦੇ ਜਦੋਂ ਇਹ ਮਨ ਜਾਗਿਆ ਰੱਬ ਵੱਲ, ਜਦੋਂ ਇਹ ਤਨ ਕਰਕੇ ਜੁੜਿਆ, ਮਨ ਕਰਕੇ ਜੁੜਿਆ, ਤਾਂ ਫਿਰ ਤਾਂ ਬਾਤਾਂ ਹੀ ਕਿਹਾ।
ਤਨ ਕਰਕੇ ਵੀ ਜਦੋਂ ਹਾਜ਼ਰੀ ਭਰੀ ਕਹਿੰਦੇ ਇਹਦੀ ਉਦੋਂ ਉਹ ਪਾਲੀ ਗਿਣੇ ਗਏ ਆਖ ਸਤਿਨਾਮ। ਉਹਨਾਂ ਸਮਾਂ ਹੀ ਦਾ ਗਿਣਿਆ ਗਿਆ, ਬਾਕੀ ਤਾਂ ਭਾਵੇਂ ਰਾਤ ਦੇ ਨਹੀਂ ਸਵਾਸ ਚੱਲੀ ਜਾਂਦੇ ਆ, ਉਹ ਨਹੀਂ ਗਿਣੇ ਗਏ, ਉਹ ਸਮਾਂ ਨਹੀਂ ਗਿਣਿਆ ਗਿਆ, ਸਿਰਫ ਇਹੀ। ਤੇ ਫਿਰ ਇੱਥੋਂ ਚੀਜ਼ ਸਿੱਧ ਹੁੰਦੀ ਹੈ, ਜਿਹੜੀ ਚੀਜ਼ ਗਿਣੀ ਜਾਣੀ ਹੈ, ਜਿਹੜੀ ਚੀਜ਼ ਕਿਸੇ ਗਿਣਤੀ 'ਚ ਆਉਣੀ ਹੈ, ਕਿਉਂ ਨਾ ਵੱਧ ਤੋਂ ਵੱਧ ਹੋਵੇ ਸਤਿਨਾਮ, ਉਹ ਵੱਧ ਤੋਂ ਵੱਧ ਹੋਣੀ ਚਾਹੀਦੀ ਹੈ, ਜਿਹਦਾ ਕਿਤੇ ਲੇਖਾ ਮਿਲਣਾ ਹੈ, ਜਿਹਦਾ ਕਿਤੇ ਫਲ ਮਿਲਣਾ ਹੈ। ਤੇ ਐਵੇਂ ਸਮਾਂ ਬਤੀਤ ਜਿੰਨਾ ਵੱਧ ਉੱਥੇ ਨਹੀਂ। ਇਹੀ ਤਾਂ ਗੁਰਮੁਖ ਸਮਝ ਕੇ ਚੱਲਦੇ ਆ। ਇਹ ਮਾਹ ਪੋਹ ਦਾ ਮਹੀਨਾ ਸਾਹਿਬਜ਼ਾਦਿਆਂ ਦੀਆਂ ਯਾਦਾਂ ਦੇ ਵਿੱਚ ਸਭ ਸਿੱਖ ਜਗਤ ਮਨਾ ਰਿਹਾ, ਵਿਦੇਸ਼ਾਂ ਦੇਸ਼ਾਂ 'ਚ ਵਿਦੇਸ਼ਾਂ 'ਚ ਵੀ ਇਹ ਬਿਰਹਾ ਦਾ ਵਿਛੋੜੇ ਦਾ ਸਮਾਂ ਹੈ। ਬਿਰਹਾ ਆਖੀਏ ਬਿਰਹਾ ਤੂੰ ਸੁਲਤਾਨ, ਬਿਰਹਾ ਤੂੰ ਸੁਲਤਾਨ, ਬਿਰਹਾ 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 ਆਖੀਏ ਬਿਰਹਾ ਤੂੰ ਸੁਲਤਾਨ, ਬਿਰਹਾ ਤੂੰ ਸੁਲਤਾਨ। ਛੋਟੀ ਉਮਰਾਂ ਦੇ ਵਿੱਚ ਐਡੇ ਵੱਡੇ ਹੌਸਲੇ ਕਰ ਲੈਣੇ, ਕਿਤੇ ਸਰੀਰਾਂ ਦੀ ਤਾਕਤ ਨਹੀਂ, ਆਤਮਿਕ ਤਾਕਤ ਕੰਮ ਕਰਦੀ। ਇਹ ਸ਼ਹੀਦੀ ਨੂੰ ਕਹਿੰਦੇ ਕੋਈ ਵੀ ਚੀਜ਼ ਸੰਸਾਰ 'ਤੇ ਕਿਸੇ ਕੋਲ ਰੱਬ ਦੀ ਦਿੱਤੀ ਹੋਈ ਹੈ, ਪਰਮਾਤਮਾ ਦੀ। ਕਿਸੇ ਨੂੰ ਵਡਿਆਈ ਦਿੱਤੀ ਹੈ, ਪਰਮਾਤਮਾ ਦਿੱਤੀ ਹੈ। ਕਿਸੇ ਨੂੰ ਗਰੀਬੀ ਦਿੱਤੀ, ਕਹਿੰਦੇ ਉਹਦੇ ਕਰਮਾਂ ਅਨੁਸਾਰ ਰੱਬ ਨੇ ਦਿੱਤੀ ਹੈ। ਕਹਿੰਦੇ ਚਾਹ ਕੇ ਵੀ ਅਮੀਰ ਨਹੀਂ ਬਣ ਸਕਦਾ। ਕਹਿੰਦੇ ਜੇ ਦੁੱਖ ਦਿੱਤੇ ਆ, ਚਾਹ ਕੇ ਵੀ ਉਹ ਦੁੱਖਾਂ 'ਚੋਂ ਬਾਹਰ ਨਹੀਂ ਨਿਕਲ ਸਕਦਾ। ਇਹ ਬੇਦਾਤ ਹੈ, ਸਭ ਦਾਤਾ। ਕਹਿੰਦੇ ਜਦੋਂ
ਜਿਨ੍ਹਾਂ ਜਿਨ੍ਹਾਂ ਨੂੰ ਸ਼ਹੀਦੀ ਦੇ ਜਾਮ ਦਿੰਦਾ, ਕਹਿੰਦੇ ਉਹ ਵੀ ਸ਼ਹੀਦ ਹੁੰਦੇ ਆ। ਸਤਿਨਾਮ, ਦੂਸਰੇ ਨਹੀਂ। ਛੋਟੇ ਸਾਹਿਬਜ਼ਾਦਿਆਂ ਨੂੰ ਸਾਰੀ ਉਮਰ ਆਪਾਂ ਛੋਟੇ ਸਾਹਿਬਜ਼ਾਦੇ ਨਾਲ ਪੁਕਾਰਿਆ ਜਾਂਦਾ, ਯਾਦ ਕੀਤਾ ਜਾਂਦਾ। ਉਮਰ ਹੀ ਛੋਟੀ ਸੀ, ਪਤਾ ਨਹੀਂ ਕਈ ਜਨਮਾਂ ਦੇ ਤਪੀਸਰ ਸੀ ਉਹ, ਕਈ ਜਨਮਾਂ ਦੇ ਯੋਗੀ ਸੀ ਉਹ, ਜੁੜੇ ਹੋਏ ਤਪ ਕਰ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਹਿਬਜ਼ਾਦੇ ਹੋਣ ਦਾ ਉਹ ਰੁਤਬਾ ਹਾਸਲ ਕੀਤਾ। ਸਤਿਨਾਮ, ਉਹ ਰੁਤਬਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਪੁੱਤਰ ਹੋਣ ਦਾ ਉਹ ਰੁਤਬਾ ਮਿਲਿਆ। ਔਰ ਉਸ ਤਪ ਬੰਦਗੀ ਤਪੱਸਿਆ ਦੇ ਸਿਰ 'ਤੇ ਫਿਰ ਰੱਬ ਨੇ ਉਹ ਜਿਗਰੇ ਦਿੱਤੇ, ਉਹ ਦਾਤ ਦਿੱਤੀ ਵੀ ਸ਼ਹੀਦੀ ਵੀ ਇਹੋ ਜਿਹੀ ਜਿਹੜੀ ਦਿਲ ਹਿਲਾ ਕੇ ਰੱਖਦੇ ਆ। ਸਤਿਨਾਮ, ਕਹਿੰਦੇ ਹੋਰ ਨਹੀਂ। ਅੱਜ ਇਸ ਸੰਘਰਸ਼ ਦੇ ਵਿੱਚ ਬਾਬਾ ਰਾਮ ਸਿੰਘ ਜੀ ਸਿੰਘੜੇ ਵਾਲੇ, ਉਹਨਾਂ ਨੇ ਸ਼ਹੀਦੀ ਦਿੱਤੀ ਹੈ। ਜਗ ਈਰਖਾ ਵਸ ਹੈ, ਕਿਸੇ ਦੇ ਗੁਣ ਨੂੰ ਨਹੀਂ ਯਾਦ ਕਰਦਾ, ਔਗਣ ਨੂੰ ਬਹੁਤ ਉਡਾਉਂਦਾ ਹੈ। ਭਾਵੇਂ ਮਹਾਂਪੁਰਖਾਂ ਨੇ ਆਪ ਚਿੱਠੀ ਲਿਖ ਕੇ ਉਹ ਇੱਕ ਆਤਮਦਾਹ ਕੀਤਾ। ਕਹਿੰਦੇ ਕਈ ਮੰਨਦੇ ਨਹੀਂ, ਕਹਿੰਦੇ ਕਿਸੇ ਨੇ ਗੋਲੀ ਮਾਰਤੀ, ਪਹਿਲਾਂ ਨਹੀਂ ਮਾਰਤੀ ਕਿਸੇ ਨੇ ਗੋਲੀ। ਨਾਲੇ ਉਹ ਇਹੋ ਜਿਹੇ ਮਹਾਂਪੁਰਖ ਹੈ, ਐਸੇ ਨਿਰਵਾਇਰ ਹੈ, ਕਹਿੰਦੇ ਤਾਂ ਦੁਸ਼ਮਣ ਨੂੰ ਵੀ ਮਿੱਤਰ ਬਣਾ ਲੈਂਦੇ, ਬੜੇ ਮਿੱਠ ਬੋਲੜੇ, ਬੜੇ ਪਿਆਰੇ, ਕਿਸੇ ਨਾਲ ਵੈਰ ਭਾਵ ਉਹਨਾਂ ਦਾ ਹੈ ਹੀ ਨਹੀਂ ਸੀ। ਉਹਨਾਂ ਨੂੰ ਗੋਲੀ ਕਿਸੇ ਨੇ ਕੀ, ਉਹਨਾਂ ਨੂੰ ਤਾਂ ਮਾੜਾ ਬੋਲ ਨਹੀਂ ਸੀ ਕੋਈ ਬੋਲਦਾ। ਸਤਿਨਾਮ, ਪੰਥ ਦੀ ਸੇਵਾ ਰੱਬ ਕਿਸੇ ਕਿਸੇ ਤੋਂ ਲੈਂਦਾ ਹੈ। ਸ੍ਰਿਸ਼ਟੀ ਤੇ ਜੀਵ ਬੇਅੰਤ ਹੈ, ਪੰਥ ਦੀ ਸੇਵਾ ਦੇ ਵਿੱਚ ਜ਼ਿੰਦਗੀ ਲੱਗ ਜਾਣੀ ਇਹ ਕੋਈ ਮਾੜੀ ਮੋਟੀ ਗੱਲ ਨਹੀਂ ਹੁੰਦੀ। ਕਹਿੰਦੀ ਦੁਨੀਆ ਦੀ ਸੋਚ ਕੀ ਹੈ? ਦੁਨੀਆ ਦੀ ਸੋਚ ਤਾਂ ਕਹਿੰਦੇ ਇਹਨੂੰ ਪੁੱਛੋ, ਕਹਿੰਦੇ ਤਾਂ ਗੁਰੂ ਨਾਨਕ ਸਾਹਿਬ ਦੇ ਸਪੁੱਤਰਾਂ ਨੂੰ ਨਹੀਂ ਚੰਗਾ ਸਮਝਦੇ। ਆਖੋ ਸਤਿਨਾਮ, ਇਹਨਾਂ ਦੀ ਸੋਚ ਨੂੰ ਤੁਸੀਂ ਕੀ ਕਹੋਗੇ? ਕਹਿੰਦੇ ਉਹਨਾਂ ਹੁਕਮ ਨਹੀਂ ਮੰਨਿਆ, ਕਹਿੰਦੇ ਵੀ ਅਸੀਂ ਬੜੇ ਮੰਨਦੇ ਹਾਂ। ਸਤਿਨਾਮ, ਸਪੁੱਤਰ ਐਵੇਂ ਬਣ ਗਏ ਸੀ। ਇਸ ਕਰਕੇ ਜੋ ਕਿਸੇ ਸਿੱਖ ਨੂੰ ਮੰਜੀ ਬਖਸ਼ ਦਿੱਤੀ ਗੁਰੂ ਨਾਨਕ ਸਾਹਿਬ ਨੇ, ਅਧਰਕੇ ਨੂੰ ਮੰਜੀ ਬਖਸ਼ੀ, ਸਾਲਸਰਾਏ ਜੋਹਰੀ ਨੂੰ ਮੰਜੀ ਬਖਸ਼ੀ, ਵੀ ਤੂੰ ਉਦੋਂ ਬਾਅਦ ਅਧਰਕਾ ਬੈਠੇਗਾ ਤੇਰੀ ਮੰਜੀ 'ਤੇ ਇਸ 'ਤੇ। ਕਹਿੰਦੇ ਉਹਨਾਂ ਨੂੰ ਜੱਗ ਨੇ ਪੂਜਿਆ, ਉਹਨਾਂ ਦਾ ਜੱਗ ਨੇ ਹੁਕਮ ਮੰਨਿਆ, ਸਤਿਕਾਰ ਕੀਤਾ, ਤੇ ਉਹ ਤੇ ਸਤਿਗੁਰਾਂ ਦੇ ਸਪੁੱਤਰ ਹੈ। ਇਸ ਕਰਕੇ ਜੇ ਗੁਰੂ ਦਾ ਸਤਿਕਾਰ ਹੈ ਤੇ ਕਹਿੰਦੇ ਗੁਰੂ ਦੇ ਹਰ ਵਚਨ ਦਾ ਹੀ ਸਤਿਕਾਰ ਹੋਣਾ ਚਾਹੀਦਾ, ਹਰ ਚੀਜ਼ ਦਾ ਹੀ ਸਤਿਕਾਰ ਹੋਣਾ ਚਾਹੀਦਾ, ਉਹਦੇ ਤੀਰਥਾਂ ਦਾ, ਉਹਨਾਂ ਦੇ ਕੀਤੇ ਹੋਏ ਕੰਮਾਂ ਦਾ, ਸਭ ਦੇ ਸਤਿਕਾਰ। ਕਿੰਤੂ ਨੇ ਅਸਲ ਵਿੱਚ ਜੁੜਿਆ ਹੋਇਆ ਗੁਰਸਿੱਖ ਗੁਰੂ ਨੂੰ ਕਦੇ ਸਮੇਂ ਤੇ ਯਾਦ ਨਹੀਂ ਕਰਦਾ, ਸਦਾ ਹੀ ਯਾਦ ਕਰਦਾ ਹੈ, ਸਦਾ ਹੀ ਸਿਮਰਦਾ ਰਹਿੰਦਾ ਹੈ, ਸਦਾ ਹੀ ਯਾਦ 'ਚ। ਤਾਂ ਉਹ ਸਦਾ ਯਾਦ ਕਰ ਕਰਕੇ ਉਹਦੇ ਵਿੱਚ ਹੀ ਸਮਾ ਜਾਂਦਾ ਹੈ। ਵੇਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਸਾਰੇ ਚਾਰੇ ਸਾਹਿਬਜ਼ਾਦੇ ਸ਼ਹੀਦ, ਪਿਤਾ ਜੀ ਜਿਹਦਾ ਸੀਸ ਦਾ ਬਲੀਦਾਨ ਹੋਇਆ, ਮਾਤਾ ਜੀ ਦਾ, ਸਭ ਪਰਿਵਾਰ ਦਾ ਵਿਛੋੜਾ ਪੈ ਕੇ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ, ਉਦੋਂ ਸਤਿਗੁਰਾਂ ਨੇ ਇਹ ਸ਼ਬਦ ਉਚਾਰਿਆ ਸੀ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਸਤਿਨਾਮ, ਇੱਕ ਸੋਚ ਕੇ ਵੇਖਿਆ ਜਾਵੇ, ਸੋਚ ਕੇ। ਕਹਿੰਦੇ ਮਾੜਾ ਜਿਹਾ ਦੁੱਖ ਆਵੇ ਨਾ, ਕਹਿੰਦੇ ਰੱਬ ਨੂੰ ਇੰਨੇ ਦੁੱਖ ਮੇਰੀ ਜ਼ਿੰਦਗੀ 'ਚ ਲਿਖਤੇ। ਕਹਿੰਦੇ ਜੁੜਨ ਦੀ ਜਾਂਚ ਦੱਸੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਇਤਿਹਾਸ ਨੇ। ਕਿਵੇਂ? ਕਹਿੰਦੇ ਸਭ ਕੁਝ ਹੀ ਤਬਾਹ ਕੀਤਾ ਹੈ, ਫਿਰ ਵੀ ਰੱਬ ਦੇ ਗੁਣ ਗਾ ਹੀ ਰਹੇ ਆ। ਮਹਾਰਾਜ ਤੂੰ ਹੀ ਆ ਸਭ ਪਾਸੇ। ਆਖ ਸਤਿਨਾਮ। ਇਸ ਕਰਕੇ ਦੁੱਖਾਂ ਦੇ ਵਿੱਚ ਵੀ ਉਹਦੇ ਅੱਗੇ ਅਰਦਾਸ ਹੀ ਕਰੀ ਜਾਇਆ ਕਰ, ਮਹਾਰਾਜ ਤੂੰ ਹੀ ਹੈ। ਜੇ ਸਮੇਂ ਐਸੇ ਦੁੱਖਾਂ ਦੇ ਆਏ ਆ ਤੇ ਕੱਢਣ ਵਾਲਾ ਵੀ ਤੂੰ ਹੀ ਹੈ। ਤੇਰੇ ਬਿਨਾਂ ਕੋਈ ਕੱਢ ਸਕਦਾ ਹੁੰਦਾ ਤੇ ਕੋਈ ਕੱਢ ਦਿੰਦਾ। ਜੇ ਮੈਂ ਨਿਕਲ ਸਕਦਾ ਹੁੰਦਾ ਤੇ ਨਿਕਲ ਜਾਂਦਾ।
ਦੇਖੋ ਸਭ ਪਰਿਵਾਰ ਦਾ ਬਲੀਦਾਨ ਕਰਕੇ ਵੀ ਗੁਰੂ ਗੋਬਿੰਦ ਸਿੰਘ ਕਹਿੰਦੇ ਵੀ ਤੇਰੀ ਯਾਦ ਹੀ ਸਭ ਤੋਂ ਵਧੀਆ ਹੈ ਮਹਾਰਾਜ। ਉਧਰ ਖਿਆਲ ਹੀ ਨਹੀਂ, ਇੰਨੇ ਘਾਟੇ ਦਾ ਖਿਆਲ ਹੀ ਨਹੀਂ। ਹਾਲ ਮੁਰੀਦਾਂ ਦਾ ਕਹਿਣਾ, ਹਾਲ ਮੁਰੀਦਾਂ ਦਾ ਕਹਿਣਾ, ਮਿੱਤਰ ਪਿਆਰੇ ਨੂੰ, ਮਿੱਤਰ ਪਿਆਰੇ ਨੂੰ, ਮਿੱਤਰ ਪਿਆਰੇ ਨੂੰ, ਮਿੱਤਰ ਪਿਆਰੇ ਨੂੰ, ਹਾਲ ਮੁਰੀਦਾਂ ਦਾ ਕਹਿਣਾ, ਹਾਲ ਮੁਰੀਦਾਂ ਦਾ ਕਹਿਣਾ, ਮਿੱਤਰ ਪਿਆਰੇ ਨਾਗ ਨਿਵਾਸਾਂ ਦੇ ਰਹਿਣਾ, ਨਾਗ ਨਿਵਾਸਾਂ ਦੇ ਰਹਿਣਾ, ਨਾਗ ਨਿਵਾਸਾਂ ਦੇ ਰਹਿਣਾ, ਨਾਗ ਨਿਵਾਸਾਂ ਦੇ ਰਹਿਣਾ, ਮਿੱਤਰ ਪਿਆਰੇ ਨੂੰ, ਮਿੱਤਰ ਪਿਆਰੇ ਨੂੰ, ਪਿਆਰੇ ਨੂੰ, ਮਿੱਤਰ ਪਿਆਰੇ ਸੁਰਾਹੀ ਖੰਜਰ ਵਾਲਾ। ਕਿੱਡੇ ਵੱਡੇ ਦੁੱਖਾਂ ਦੀ ਉਦਾਹਰਨ ਦਿੱਤੀ ਹੈ ਗੁਰੂ ਸਾਹਿਬਾਂ ਨੇ। ਕਹਿੰਦੇ ਜਿਸ ਚੀਜ਼ ਨੂੰ ਕਹਿੰਦੇ ਦੁਨੀਆ ਨੇ ਅਪਰੋਖ ਹੀ ਕਰ ਦਿੱਤਾ, ਕਹਿੰਦੇ ਇਹਦੇ ਇਸ ਵਾੜੇ ਨਾ ਵੜਿਓ, ਕਿਤੇ ਕਿਤੇ ਰੱਬ ਦੀਆਂ ਯਾਦਾਂ 'ਚ, ਕਿਤੇ ਮੈਂ ਦਰਦ ਨਾ ਸਹਾਰੋ, ਕਹਿੰਦੀ ਜ਼ਿੰਦਗੀ ਦਾ ਆਨੰਦ ਲਓ, ਕਿਤੇ ਮਿਲਣ ਲੱਗਾ ਰੱਬ। ਦੁਨੀਆ ਦੇ ਸੁੱਖਾਂ ਨੂੰ ਇੰਨਾ ਪ੍ਰੇਮ ਕਰਨਾ ਕਹਿੰਦੇ, ਤੇ ਉਹਨੂੰ ਕਿਉਂਕਿ ਜਿੰਨਾ ਆਪਾਂ ਇੱਧਰ ਜੁੜਾਂਗੇ ਉਨਾ ਉੱਧਰ ਦੂਰ। ਕਿਹਾ ਸਤਿਗੁਰਾਂ ਨੇ ਕਹਿੰਦੇ ਤੁਧ ਬਿਨ ਰੋਗ ਰਜਾਈਆਂ ਦਾ ਓਡਣ, ਨਾਗ ਨਿਵਾਸਾਂ ਦੇ ਰਹਿਣਾ। ਤੇਰੀ ਯਾਦ ਨਾ ਮੇਰੇ ਦਿਲ 'ਚ ਹੋਵੇ, ਤੇ ਕਹਿੰਦੇ ਜਿਹੜੀਆਂ ਮੈਂ ਰਜਾਈਆਂ ਲੈ ਰਿਹਾ ਨਾ ਭੰਲੇਗ ਤਲਾਈਆਂ, ਕਹਿੰਦੇ ਮੈਨੂੰ ਨਾਗਾ ਵਾਂਗੂ ਡੰਗ ਮਾਰ ਲਈਆਂ ਖੁਸਤ ਨਾ। ਇਹ ਗੱਲ ਬਿਲਕੁਲ ਸਹੀ ਹੈ। ਸਤਿਗੁਰੂ ਨੇ ਗਲਤ ਨਹੀਂ ਬਚਨ, ਜੋ ਬਚਨ ਸੱਚ ਹੈ। ਰੱਬ ਦੀ ਯਾਦ ਵਾਲਾ, ਰੱਬ ਦੇ ਪ੍ਰੇਮ ਵਾਲਾ, ਦੁਨੀਆ ਦੇ ਸੁੱਖ ਉਹਨੂੰ ਵਾਕਿਆ ਹੀ ਦੁੱਖ ਦਿਸਦੇ ਆ। ਦੁੱਖ ਜਿੰਨਾ ਚਿਰ ਦੁਨੀਆ ਦੇ ਸੁੱਖ ਆਪਾਂ ਨੂੰ ਸੁੱਖ ਲੱਗਦੇ ਆ, ਉਹਨਾਂ ਚਿਰ ਰੱਬ ਦਾ ਨਾਮ ਆਪਾਂ ਨੂੰ ਦੁੱਖ ਰੂਪ ਹੈ। ਜਦੋਂ ਦੁਨੀਆ ਦੀਆਂ ਚੀਜ਼ਾਂ ਆਪਾਂ ਨੂੰ ਦੁੱਖਦਾਇਕ ਨਸੀਬ ਹੋਣੀਆਂ ਨਾ, ਪਤਾ ਲੱਗੇ ਦੁੱਖ ਹੈ, ਉਦੋਂ ਉਹ ਪਿਆਰਾ ਲੱਗਣ ਲੱਗ ਪਏਗਾ ਬਸ। ਕਿਉਂਕਿ ਗੁਰੂ ਸਾਹਿਬ ਨੇ ਕਿਹਾ, ਕਹਿੰਦੇ ਇਹ ਰਸ ਛੱਡ ਹੈ ਉਹ ਰਸ ਆ। ਪਹਿਲਾਂ ਇਹ ਰਸ ਛੱਡਣ ਦੀ ਗੱਲ ਕੀਤੀ, ਜਿਵੇਂ ਜਿਵੇਂ ਤੂੰ ਛੱਡੇਗਾ ਕਿਵੇਂ ਉਹ ਆਪਣੇ ਆਪ ਆਏਗਾ। ਕਹਿੰਦੇ ਕੁਛ ਨਾ ਕਰ, ਜਿੰਨੇ ਮਰਜ਼ੀ ਵਧੀਆ ਆਸਨਾਂ 'ਤੇ ਬਹਿ ਜਾਓ,
ਜਿੰਨੇ ਮਰਜ਼ੀ ਘਰ ਨੂੰ ਵਧੀਆ ਬਣਾ ਕੇ ਕਹਿੰਦੇ ਆਪਦੀ ਜ਼ਿੰਦਗੀ ਦੇ ਵਿੱਚ ਇੰਨਾ ਖਾਣ ਪੀਣ ਸੁਧਾਰ ਲਓ, ਜੋ ਮਰਜ਼ੀ ਕਰ ਲਓ, ਠੀਕ ਹੈ, ਚੰਗੀਆਂ ਗੱਲਾਂ ਹੈ, ਵਧੀਆ ਨੇ, ਕਹਿੰਦੇ ਨਾਮ ਰਸ ਨਹੀਂ ਆਉਣ ਲੱਗਾ। ਉੱਧਰੋਂ ਜਿੰਨਾ ਛੁਟਕਾਰਾ ਉਹਨਾਂ ਇੱਧਰ ਮਿਲਾਪ ਹੋਏਗਾ, ਫਿਰ ਰਸ ਬਣੇਗਾ ਆਪਣੇ ਆਪ। ਸੂਲ ਸਰਾਹੀ ਖੰਜਰ ਪਿਆਲਾ। ਸੂਰ ਲੋਕ ਜਿਹੜੇ ਕਸਾਈ ਲੋਕ ਸੂਰ ਨੂੰ ਮਾਰਦੇ ਨੇ, ਤੇ ਕਹਿੰਦੇ ਉਂਝ ਨਹੀਂ ਮਰਦਾ, ਉਹ ਬਹੁਤ ਲੰਬਾ ਸੂਹਾ ਹੁੰਦਾ, ਕਹਿੰਦੇ ਵੀ ਜਿਹੜਾ ਉਹਦਾ ਸਿੱਧਾ ਦਿਲ ਵਿੱਚ ਮਾਰਦੇ। ਅਤੇ ਜਦੋਂ ਉਹਨੂੰ ਕਹਿੰਦੇ ਨੇ ਬਿੰਗ, ਜਦੋਂ ਮਰਦਾ ਨਾ, ਕਹਿੰਦੇ ਉਹ ਜਿਹੜਾ ਦਰਦ ਹੁੰਦਾ ਨਾ, ਉਹਨੂੰ ਬਿੰਗ ਕਹਿੰਦੇ। ਕਹਿੰਦੇ ਤੇਰੇ ਨਾਮ ਤੋਂ, ਤੇਰੀ ਯਾਦ ਤੋਂ ਬਿਨਾਂ ਜਿੰਨਾ ਮੈਂ ਕੁਝ ਖਾ ਰਿਹਾ ਪੀ ਰਿਹਾ, ਇਹ ਸੂਲ ਸਰਾਹੀ, ਇਹ ਸਰਾਹੀਆਂ ਪੀ ਰਿਹਾ ਨਾ ਮੈਂ, ਕਹਿੰਦੇ ਤਾਂ ਬਿੰਗ, ਜਿਵੇਂ ਉਹ ਬਿੰਗ ਵਿੱਚ ਬਿੰਗ ਦੇ ਦਰਦ ਨਾਲ ਤੜਫਦਾ, ਕਹਿੰਦੇ ਸੂਰ, ਉਹਨਾਂ ਮੈਨੂੰ ਇਹ ਦੁੱਖ ਦਿੰਦੇ ਆ ਪਦਾਰਥ, ਅੱਖ ਸਤਨਾ ਮਿੱਠੇ ਨਹੀਂ ਲੱਗਦੇ। ਨਾਮ ਦਾ ਰਸ ਹੈ ਕਿ ਜ਼ਹਿਰ ਲੱਗਦਾ ਸਭ ਕੁਛ, ਤੇ ਫਿਰ ਕੋਈ ਜ਼ਹਿਰ ਨੂੰ ਪੀਂਦਾ ਨਹੀਂ ਹੁੰਦਾ। ਸੂਲ ਸੁਰਾਹੀ ਖੰਜਰ ਪਿਆਲਾ, ਸਥਰ ਚੰਗਾ, ਇਹ ਚੰਗਾ ਹੀ ਲੱਗਾ ਹੋਇਆ ਸੀ ਤਾਂ, ਨਹੀਂ ਤਾਂ ਖੜ ਕੇ ਅਰਦਾਸ ਕਰ ਦਿੰਦੇ ਉਦੋਂ ਹੀ, ਮਹਾਰਾਜ ਇਹ ਕੀ ਕਰਨ ਲੱਗੇ ਹੋ, ਇੰਨਾ ਦੁੱਖ ਮੇਰੇ ਵਾਸਤੇ ਪਿਆ ਸੀ। ਸਤਿਨਾਮ ਚੰਗਾ ਕਹਿੰਦੇ, ਜੋ ਤੁਧ ਭਾਵੈ ਸਾਈ ਭਲੀ ਕਾ, ਕਹਿੰਦੇ ਜਿੰਨੇ ਆਪ ਦਾ ਕੁਝ ਮੰਨਿਆ ਹੀ ਨਹੀਂ, ਦੁੱਖ ਕੀ ਹੋਏਗਾ। ਸਤਿਨਾਮ ਤੁਸੀਂ ਵੇਖੋ, ਜਿਨ੍ਹਾਂ ਨੂੰ ਤੁਸੀਂ ਆਪਣਾ ਬਣਾਇਆ ਹੋਇਆ ਨਾ, ਮਨ ਕਰਕੇ ਚੀਕਾਂ ਹੀ ਨਿਕਲਦੀਆਂ ਉੱਥੇ। ਦੇਖੋ ਸਤਿਨਾਮ, ਦਰਦ ਹੀ ਉੱਥੇ ਹੁੰਦਾ ਹੈ, ਜਿੱਥੇ ਜਿੱਥੇ ਬਗਾਨਾ ਪਾਣਾ ਉੱਥੇ ਖੁਸ਼ੀ। ਕੋਈ ਮਰਜ਼ੀ ਕੋਈ ਮਰ ਜੇ, ਜੋ ਕੁਛ ਮਰਜ਼ੀ ਹੋ ਜੇ, ਉੱਥੇ ਦਰਦ ਨਹੀਂ ਹੁੰਦਾ। ਦਰਦ ਹੁੰਦਾ ਹੀ ਆਪਣਾਪਣ 'ਤੇ ਹੈ। ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਮਝਿਆ ਹੀ ਕੱਖ ਨਹੀਂ ਸੀ। ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗ ਗਿਆ, ਪਹਿਲਾਂ ਹੀ ਤੇਰਾ ਸਮਝਿਆ ਹੋਇਆ, ਆਪਦਾ ਬਣਾਇਆ ਹੀ ਨਹੀਂ, ਆਪ ਹੀ ਉਹਨਾਂ ਦੇ ਬਣੇ ਹੋਏ। ਯਾਰ ਦਾ ਸਾਨੂੰ ਸਥਰ ਚੰਗਾ, ਪੱਠ ਖੇੜਿਆ ਦਾ ਰਹਿਣਾ, ਪੱਠ ਖੇੜਿਆ ਦਾ ਰਹਿਣਾ,
गाल खाए कछ हथों दे, नानक राह पछाणे से। ये तो दुनियावी पदार्थ की भी गल की भी कमाई करके कुछ हथों अर्पण कर। परमार्थ के रस्ते विच ये बड़ा वड्डा सतगुर ने ये सोझी बख्शी हुई है। इसे करके कहते भी ये रब्बी दातां जड़ियां ने ना परमार्थक पलत दियां दातां, कहते ये वास्ते कोई सिदक देना पैंदा है, समय का दसबंध। बाबा जी कहते 2.5 घंटे समय का दसबंध कढ़ के अर्पण कर। और वेखो निक्की जी गल है, जेड़े तो समा दे रहे समा कढ़ के गुरु प्रति मन तो जुड़ता ही नहीं होंदा। ये तो समय की दसबंध कढ़ के गुरु अगे बह के सिदक विखा के फिर वो दिंदा है। मैं एक बेनती करा, जंगल विच रहने वाला जोगी समाधि विच बड़ा तप करे, बहुत कुछ करे, पर बिरती दी विखेपता ना जावे, मन का उचाटपुणा ना जावे। और वो जिहड़ा उचाटपुणा वो रस नहीं बन दिंदा। ये उचाटपुणा सदाई जिंदगी विच खराब करता रहिंदा बंदे नूं। गुरु हरगोबिंद साहिब महाराज जी कोलों दी लंघे घोड़े ते, पर वेखो एक साखी तू अपन बड़ी वड्डी सेध मिलती है जे वेखीए तां। कहंदे बड़ा धूणियां तपा के बड़ा आपदा तप करे जिवें भी, पर गल बने ना, पर लगा होया परमात्मा स्वरूप गुरु हरगोबिंद साहिब महाराज जी घोड़े ते कोलों दी लंघे ते कहंदे महात्मा जी किवें तपदे पए हो, आखो वाहेगुरु वाहेगुरु वाहेगुरु। 3 वारी रसना नाल सतगुर ने वाहिगुरु जपाया, नाल दी नाल ही बिरती जुड़ गई। अख सतना पता नहीं धूणा कदों ठंडा हो गया, किहड़ा दिन सी ते किहड़ा दिन जाके समाधि खुली। अख सतना वेखो जे वो महात्मा ਉਹਦੇ परमात्मा के मिलाप वास्ते धूणियां तपा के वाहिगुरु वाहिगुरु करी भी जाता सी, पर गल बनती नहीं सी। पर फिर बैठा होया, जे पहले दिन ही प्राप्ति हो गई फिर मशक्कत किनू कहोगे तुसी? फिर मशक्कत की? मशक्कत का तो कोई मैना ही ना होया, पहले दिन ही प्राप्त हो गया। जे प्राप्त नहीं होया तो असीं तेरे बनते नहीं, साडे कोल तो टाइम ही नहीं। तू दस पहला भी देंगा कि नहीं देंगा। अजकल तो कागज़ ते लिखाउंदे गुरु तो पहला दस किदन देंगा। वो पता कागज़ ते लिखाउण वाली किहड़ी गल हुंदी कि मन नहीं अर्पणा। एक बारी मैनूं बाबा जी का बचन चेते आया, बाबा नानक सिंह महाराज जी के कोल ना एक बारी रागी आए, भाई सुंदर सिंह जी शायद, बड़ा प्यार च आए। महापुरखों का जीवन वेख्या सी, बड़ी बंदगी करते हैं, सारी रात तपस्या करते हैं, नाम तो बिना उन्होंने कोल कोई गल नहीं। महापुरख के जीवन के खिंचे हुए जदों आए ना, तो वो शरधा के पुतले होंगे जिहड़े महापुरख दे नाल प्यार करते। तो आन के उन्हें शब्द भी उहो जिहा पढ़िया, मोहे परदेसन दूर ते आई। वो शब्द पढ़िया बड़ा प्यार च, सारा बाबा जी वाली सी मुख, सारा ध्यान बाबा जी वाली। तो बाबा जी भी उन्होंने प्यार में कहते प्यार में तो रब भी नहीं भज सकता। महापुरख भावें आपकी सख्त मर्यादा च रहिंदे सी, पर प्यार ने प्यार च भिज के बाबा जी बोल ना सके। पता सी आए भी साड़ी तड़फ करके है, गा भी साड़ी तड़फ च रहे है। तो जो समाप्ति हुई बाबा जी ने बड़ा प्यार च तोरिया। बाबा जी कहते हुण जाना कि नहीं? बाबा जी सुबह ही जावांगे, अमृत वेले भी हाजरी भरांगे। कोई सिंह सी बाबा जी कोल रहिंदा हुंदा, किते किते पहरे की सेवा करदा, किते इशनान वास्ते जल भी रखदा हुंदा सी। ते उन्होंने बाबा जी कहते रागी सिंघां नूं ना प्रशादा पानी तू प्यार च छकाउणा, बड़े प्यार च आए 7 बचन जी। तो जो बाबा जी 12:15 इशनान कर लगे ना, तो उही सिंह जिहड़ा जल जिन्हों कहा सी तो प्रशादा पानी छकाउणा, उही जल लैके आउणा सी बाबा जी वास्ते। जल रखिया तो बाबा जी इशनान कर लगे, पुछदे कहंदे वो रागी सिंघां नूं प्रशादा पानी छकाया सी तैनूं? आख्या कहंदा बाबा जी मैं तो भुल ही गया। बाबा कहंदे बुद्धू ना होवे तो उन्हें तो आपां नूं गुरु नानक दे चरनां नाल जोड़िया, कहते तो आप उन्होंने प्रशादा भी नहीं चाहिए तो पुछ छकाया। कहते दफा जा, बाहर चल जा, बाहर कढ़ दिता कमरे चो। तो फिर बाबा जी इशनान तो बाद निज स्वरूप जुड़े समाधि च।
तो फिर दिव्य दृष्टि नाल वेख्या कि जिथे वो तो बाहर लम्मे पै गया आन के पै गया तो उत्थे नाल ही सप आ रहा वो वाल। बाबा जी उठे आपदी समाधि चों तो बाबा जी कहते सोटी ला के उन्होंने उठाया, कहते उठ इत्थे किवें लम्मे पिया तू, वेख के आ रहा। जो वेख्या तेरे को जो सप वेख्या तो बाबा जी ने सप वाल इशारा किया, कहते बस इनू नहीं मारना। उस सप की बोली नूं बाबा जी जानते, वो कहते ने मारा मैं पिछले जन्म का बदल लेना, टाइम आ गया हुण मैं डंग मारना, कहते इनू मारना है मैं। बाबा जी कहते ये साडा, ये साडे कोल रहिंदा हुण, कहते साडा है। कहते सप की बोली नूं बाबा जी जानते सी ते वो सप पता की कहंदा, कहंदा बाबा जी तुहाडे कोल ही रहिंदा है। आखो सतनाम, इन्हें तुहानूं मन नहीं अर्पण किया होया। आखो सतनाम, वेखो कहते हुण की करिए। कहते नाल लै दी लज हुंदी है, मन तो नहीं अर्पण किया सानू पता है, पर फिर ये जे जिन्ना तन करके साडे कोल रहिंदे दी लज्जा है कि हुण समा टालना है असीं, फिर किते वेखांगे कहंदे। तो फिर सप नूं मोड़िया ते उत्थे एक गल सिद्ध हुंदी है, महापुरखां दे कोल रह के भी मन नहीं अर्पण किया, फर्क बनिया रहना। आखो सतनाम, गल बननी नहीं। ते उसे मन की गल की गुरु साहबा ने बाणी अंदर, मन बेचै सतगुर कै पास, तिस सेवक के कारज रास। हजे कारज रास क्यों नहीं आउंदे, मन ही नहीं बेचिया। आखो सतनाम, तां नहीं आउंदे। सतगुर ने तो बाणी अंदर 3 काल मोहर ला, कहते कई बाणी कि ऐ थोड़ा भी ग्रंथ सारा पूरा किया है गुरु साहब ने। एक एक बाणी नूं तो सतगुरां दा बचन समझ के कमाल आखा, जिहड़ा मर्जी उही तार दो। ये सारी बाणी ते मोहर है गुरु ग्रंथ साहब गुरगद्दी दी, गुरु दी मोहर है। गुरु दा इहदे विच एक एक बाणी जिहड़ी है ना पंक्ति, वो गुरु दा बोल ने, गुरु दा स्वरूप है। कहते मन बेचे सतगुर के पास, तिस सेवक कै। कहते जिन्हों ने मन बेचा, कहते बंदगियां दी अरदासां नहीं करनियां पैंदियां उन्होंने। आख सतनाम, उन्होंने दे तां सवास सवास नाल ही रहिंदा है रब। मन वेच के गुरां नूं प्यारे, नाम वाली दात ले ले। वेच के गुरां नूं प्यारे, गुरां दा प्रेम ले ले। प्यारे जी गुरां दा प्रेम खरीद ले। प्यारे जी गुरां दा प्रेम खरीद ले। कहंदे मन दुनिया के प्रेम के विच तां सारी जिंदगी लंघ गई, किते आनंद नहीं बनया। किते एक 40 दिन का चलीसा ही कहते गुरु ने अर्पण करके वेख, जिंदगी च रंगत ना आ गई तो कहे। 40 दिन पूरे संजमी हो के ना, पूरे दृढ़ निश्चय के नाल किसी शब्द का जाप कर लो, जपजी साहब के पाठ कर लो, सुखमनी साहब का रख लो नितनेम। जिहड़ा जारी जिंदगी दे विच रुखापन नहीं ना दूर होया, कहते 40 दिनों च हरियावलता ना आ गई तो कह दिओ। तो जिन्हों ने सारी जिंदगी का चलीसा रख लिया, जिवें बाबा कुंदन सिंह महाराज ने सारी जिंदगी का चलीसा ही सी, वो चलीसा भी ठीक है। कहते भी
एक टाइम रात को 12:30 ਜਾਂ 1 ਵਜੇ ਜਾਂ 2 ਵਜੇ ਉੱਠ ਕੇ ਇਸ਼ਨਾਨ ਕਰਕੇ ਬਹਿਣਾ ਵੀ ਇੰਨਾ ਜਪ ਤਪ ਕਰਨਾ ਹੀ ਹੈ 40 ਦਿਨ। ਕਿਸੇ ਇਸ਼ਨਾਨ ਕਰਕੇ ਪੂਰੇ ਸੰਜਮ 'ਚ ਰਹਿ ਕੇ ਹਰ ਪੱਖੋਂ ਉਹ ਵੀ 40 ਦਿਨਾਂ 'ਚ ਰੰਗਤ ਬੰਨ੍ਹ ਦਿੰਦਾ ਹੈ। ਅਤੇ ਬਾਬਾ ਜੀ ਦਾ ਸਤਿਗੁਰਾਂ ਦੀਆਂ ਇੰਨੀਆਂ ਡਿਊਟੀਆਂ ਕਰਨੀਆਂ ਦਾ ਚਲੀਸਾ ਸੀ। ਹੁਣ ਭੋਗ ਲਵਾਉਣ ਜਾਣਾ, ਹੁਣ ਸਤਿਗੁਰਾਂ ਨੂੰ ਪ੍ਰਕਾਸ਼ ਕਰਨਾ, ਹੁਣ ਸਤਿਗੁਰਾਂ ਦਾ ਹੁਕਮਨਾਮਾ ਲੈਣਾ, ਹੁਣ ਗੁਰੂ ਸਾਹਿਬਾਂ ਨੂੰ ਵਸਤਰ ਬਦਲਣੇ, ਹੁਣ ਸਤਿਗੁਰਾਂ ਨੂੰ ਪ੍ਰਸ਼ਾਦੇ ਦਾ ਭੋਗ ਲਵਾ ਕੇ ਦੁੱਧ ਦਾ ਭੋਗ ਲਵਾਉਣਾ, ਫਿਰ ਉਹਨਾਂ ਨੂੰ ਸਤਿਗੁਰਾਂ ਨੂੰ ਕੀਰਤਨ ਸੁਣਾਉਣਾ, ਕੀਰਤਨ ਸੋਹਲਾ। ਤਾਂ ਸਾਰੀ ਮਰਿਆਦਾ ਦਾ ਸਾਰੀ ਜ਼ਿੰਦਗੀ ਦਾ ਚਲੀਸਾ ਸੀ। ਜਿਹੜੇ ਸਮੇਂ ਕਰਨਾ ਉਸੇ ਸਮੇਂ ਹੀ ਕਰਨਾ। 40 ਦਿਨ ਦਾ ਚਲੀਸਾ ਜਿਹੜਾ ਨਾ ਕਦੇ ਜ਼ਿੰਦਗੀ 'ਚ ਹਰਿਆਵਲਤਾ ਬਣ ਦਿੰਦਾ ਹੈ, ਗੁਰੂ ਦੇ ਨਾਲ ਪ੍ਰੇਮ ਬਣ ਜਾਂਦਾ ਹੈ। ਤਾਂ ਜਿਨ੍ਹਾਂ ਨੇ ਸਦਾ ਹੀ ਗੁਰੂ ਨਾਲ ਮਨ ਜੋੜਿਆ ਰੱਖਿਆ ਉਹਨਾਂ ਦੀ ਜ਼ਿੰਦਗੀ 'ਚ ਖੁਸ਼ੀਆਂ ਰਹਿੰਦੀਆਂ। ਅੱਜ ਸੰਸਾਰ ਨੇ ਜੀਵ ਨੂੰ ਇੰਨਾ ਕੁ ਖਿੱਚਿਆ ਹੋਇਆ ਕਿ ਚਾਹ ਕੇ ਵੀ ਨਹੀਂ ਨਿਕਲ ਸਕਦਾ ਬੰਦਾ। ਉਪਰ ਪੂਜਾ ਕਰ ਗੁਰ ਪਹਿ ਪੁਕਾਰਿਆ ਆਖੋ ਸਤਿਨਾਮ। ਇਹ ਬਾਣੀ ਅੰਦਰ ਕਿਹਾ, ਕਹਿੰਦੇ ਉੱਪਰ ਪੂਜਾ ਬਾਂਹ ਕਰਕੇ ਕਹਿੰਦੇ ਗੁਰੂ ਅੱਗੇ ਪੁਕਾਰ ਕੀਤੀ, ਤਿੰਨ ਹਉ ਲਿਆ ਉਬਾਰੀ ਆਖੋ ਸਤਿਨਾਮ। ਜੇ ਬੰਦਾ ਆਪਣੇ ਆਪ ਬਾਹਰ ਨਿਕਲ ਸਕਦਾ ਹੁੰਦਾ ਤੇ ਆਹ ਪੰਕਤੀ ਕਿਉਂ ਲਿਖਦੇ ਗੁਰੂ ਸਾਹਿਬ? ਕਹਿੰਦੇ ਪੁਕਾਰ ਕਰਨੀ ਪੈਂਦੀ ਹੈ ਜੀਵ ਨੂੰ ਮਹਾਰਾਜ, ਪਰ ਉਹ ਮਨ ਕਰਕੇ ਮਹਾਰਾਜ ਸਰੀਰ ਕਰਕੇ ਤਾਂ ਮੈਂ ਬੜਾ ਸੁਤੰਤਰ ਰਹਿਣਾ, ਮੈਨੂੰ ਕਿਸੇ ਨੇ ਬੰਨ੍ਹਿਆ ਨਹੀਂ ਹੋਇਆ, ਪਰ ਮਨ ਕਰਕੇ ਇੰਨੇ ਬੰਧਨ ਬੰਨੇ ਹੋਏ ਆ, ਇੰਨੇ ਬੰਧਨਾਂ ਨੇ ਮੈਨੂੰ ਬੰਨ੍ਹਿਆ ਹੋਇਆ ਕਿ ਮੇਰਾ ਕੋਈ ਵੀ ਸਵਾਸ ਤੇਰੇ ਜੋਗਾ ਨਹੀਂ ਰਿਹਾ ਆਖੋ ਸਤਿਨਾਮ। ਇਹ ਬੰਧਨ ਹੈ, ਇਹ ਬੰਧਨ ਹੈ। ਭਾਵੇਂ ਪ੍ਰਤੱਖ ਸੰਗਲਤ ਨਹੀਂ, ਪਰ ਕਿਤੇ ਇੱਥੇ ਨਹੀਂ ਮੈਂ ਜਾਂਦਾ ਨਹੀਂ ਸਰਦਾ, ਇੱਥੇ ਮੈਂ ਨਹੀਂ ਕਰਦਾ ਨਹੀਂ ਸਰਦਾ। ਉਹ ਇਹ ਕਹਿੰਦੇ ਇਹ ਬੰਧਨ ਹੈ। ਕਹਿੰਦੇ ਇਹਨਾਂ ਬੰਧਨਾਂ ਵਾਸਤੇ ਅਰਦਾਸ ਕਰੋ। ਕੋਈ ਜੇਲ੍ਹਾਂ 'ਚ ਕੈਦ ਹੈ, ਉਹ ਤਾਂ ਆਪਦੀ ਕੈਦ ਤੋਂ ਛੁਟਕਾਰੇ ਵਾਸਤੇ ਅਰਦਾਸਾਂ ਕਰਦੇ, ਮਹਾਰਾਜ ਸਾਨੂੰ ਇਸ ਕੈਦ ਤੋਂ ਛੁਟਕਾਰਾ ਮਿਲੇ ਮਹਾਰਾਜ। ਉਹ ਤਾਂ ਪ੍ਰਤੱਖ ਸੰਗਲਾਂ 'ਚ ਬੱਧੇ ਹੋਏ ਆ, ਜੰਜੀਰਾਂ 'ਚ, ਹੱਥ ਕੜੀਆਂ 'ਚ, ਪਰ ਕਹਿੰਦੇ ਇਹ ਦਿਸਦੇ ਤਾਂ ਨਹੀਂ ਪਰ ਬੰਨੇ ਹੋਏ ਆ। ਔਰ ਇਹਨਾਂ ਬੰਧਨਾਂ ਤੋਂ ਜਦੋਂ ਤੁਸੀਂ ਅਰਦਾਸ ਕਰਦੇ ਹੋ ਨਾ ਗੁਰੂ ਸਾਹਿਬ ਦੇ ਚਰਨਾਂ 'ਚ, ਇੱਕ ਬੰਧਨਾਂ ਤੋਂ ਮੁਕਤ ਨੇ ਮਹਾਂਪੁਰਖ ਨਾਮ ਰਸੀਏ। ਕਹਿੰਦੇ ਬੰਧਨ ਮੁਕਤ ਸੰਤੋਹ ਮੇਰੀ ਰੱਖੈ ਮਮਤਾ। ਇੱਕ ਸੰਤ ਹੀ ਹੈ ਜਿਹੜਾ ਬੰਧਨਾਂ ਤੋਂ ਮੁਕਤ, ਨੂੰ ਕੋਈ ਬੰਧਨ ਬੰਨ੍ਹ ਨਹੀਂ ਸਕਦਾ, ਕਿਉਂਕਿ ਉਹਦਾ ਤਪ, ਉਹਦੀ ਬੰਦਗੀ ਇੰਨੀ ਜ਼ਿਆਦਾ ਕਰ ਲਈ ਹੈ ਕਿ ਕੋਈ ਕਰਮ ਮਾੜਾ ਰਹਿ ਹੀ ਨਹੀਂ ਗਿਆ ਜਿਹੜਾ ਨਾਸ਼ ਨਾ ਹੋਇਆ ਹੋਵੇ। ਜੇ ਕੋਈ ਮਾੜਾ ਕਰਮ ਹੀ ਨਹੀਂ, ਤੁਹਾਡੇ ਕਰਮ ਜ਼ਿੰਦਗੀ ਦੇ ਸਾਰੇ ਮਾੜੇ ਨਾਸ਼ ਹੋ ਗਏ ਨਾ, ਭਾਵੇਂ ਸਾਰਾ ਸੰਸਾਰ ਸੜ ਜੇ, ਕਹਿੰਦੇ ਤੁਹਾਨੂੰ ਤੱਤੀ ਹਵਾ ਨਹੀਂ ਲੱਗ ਸਕਦੀ ਅਕਸਰ। ਬਾਬਾ ਜੀ ਕਹਿੰਦੇ ਮਾੜੇ ਕਰਮ ਨਾ ਹੋਵੇ ਤੇ ਕਹਿੰਦੇ ਕੰਡਾ ਨਹੀਂ ਚੁੱਭਦਾ। ਤੂੰ ਤਾਂ ਦੁੱਖਾਂ ਦੀ ਗੱਲ ਕਰੀ ਜਾਂਦਾ। ਕਹਿੰਦੇ ਪ੍ਰਤੱਖ ਦੁੱਖ ਕਹਿੰਦੇ ਇੰਨੇ ਨੇ ਚੰਬੜੇ ਹੋਏ ਆ, ਕਹਿੰਦੇ ਇਹ ਤੇਰੇ ਕੀਤੇ ਹੋਏ ਕਰਮ ਹੈ। ਕਹਿੰਦੇ ਇਹ ਨਾ ਸਮਝੀ ਕਿ ਕੋਈ ਮੈਨੂੰ ਦੁੱਖ ਦੇ ਰਿਹਾ। ਆਮ ਇਹੀ ਆ, ਫਲਾਣੇ ਬੰਦੇ ਨੇ ਮੈਨੂੰ ਬੜਾ ਦੁਖੀ ਕੀਤਾ, ਫਲਾਣਾ ਬੰਦਾ ਮੇਰੇ ਤੇ ਬੜਾ ਅਤਿਆਚਾਰ ਕਰਦਾ। ਕਹਿੰਦੇ ਬਸ ਉਹ ਕਰ ਰਿਹਾ ਹੈ, ਤੇਰਾ ਕਰਮ ਹੈ, ਭੋਗੀ ਚੱਲ। ਉਹ ਕੌਣ ਹੈ? ਉਹ ਕੌਣ ਹੈ ਦੁੱਖ ਦੇਣ ਵਾਲਾ? ਕਹਿੰਦੇ ਨਹੀਂ, ਦੁੱਖ ਸੁੱਖ ਕਰਮ ਹੈ ਜਾਣ ਆਖ ਸਤਿਨਾਮ। ਦੁੱਖ ਸੁੱਖ ਤਾਂ ਤੇਰੇ ਕੀਤੇ ਹੋਏ ਕਰਮਾਂ ਦਾ ਫਲ ਹੀ ਹੈ। ਜੇ ਸੁੱਖ ਹੈ ਤੇਰੇ ਕੀਤੇ ਤਪੱਸਿਆ, ਬੰਦਗੀ, ਸੇਵਾ, ਸਿਮਰਨ ਕਦੇ ਸਾਹਮਣੇ ਆਇਆ, ਭਾਵੇਂ ਪਿਛਲੇ ਜਨਮ ਦਾ। ਅੱਜ ਦੁੱਖ ਹੈ ਕਿਸੇ ਨੂੰ ਦੁੱਧਾ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮਾਂ ਆਪਣੇ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨਾ। ਜਿੰਨਾ ਚਿਰ ਕਿਸੇ ਦੇ ਐਵੇਂ ਦੋਸ਼ ਮੜਦਾ, ਜਿੰਨਾ ਵਾਦ ਵਿਵਾਦ ਝਗੜੇ ਕਰਦਾ, ਕਹਿੰਦੇ ਉਹਨੂੰ ਕਹਿੰਦੇ ਉਧਰ ਨਾ ਹੋ, ਓਨੀ ਆਪਦੀ ਬੰਦਗੀ ਕਰ, ਨਿਤਨੇਮ ਕਰ। ਕਹਿੰਦੇ ਉਹ ਜਦੋਂ ਉਹ ਕੱਟਿਆ ਗਿਆ ਨਾ, ਆਪਣੇ ਆਪ ਤੇਰੇ ਰਸਤੇ ਸਾਫ਼ ਹੋ ਜਾਣੇ, ਤੈਨੂੰ ਰਸਤੇ ਸਾਫ਼ ਕਰਨ ਦੀ ਲੋੜ ਨਹੀਂ ਪੈਣੀ। ਵੇਖੋ ਕਈ ਵਾਰੀ ਬੰਦਾ ਜ਼ਿੰਦਗੀ ਦੇ ਵਿੱਚ ਰਸਤੇ ਬੜੇ ਬੁਰੀ ਤਰ੍ਹਾਂ ਸਾਫ਼ ਕਰਦਾ ਹੈ। ਆਖੋ ਸਤਿਨਾਮ। ਪਤਾ ਨਾ ਤੁਹਾਨੂੰ ਆਹ ਬੰਦਾ ਬੜਾ ਅੜਦਾ ਮੇਰੀ ਜ਼ਿੰਦਗੀ 'ਚ, ਇਹਨੂੰ ਪਾਸੇ ਕਰ ਦੇਈਏ। ਆਖੋ ਸਤਿਨਾਮ। ਉਹ ਵੀ ਪਾਪ ਸਿਰ 'ਤੇ ਕਿਸੇ ਮਾੜੇ ਕਰਮ ਕਰਕੇ ਤੇ ਉਹ ਬੰਦਾ ਪਹਿਲਾਂ ਆ ਕੇ ਖੜ ਗਿਆ। ਉਹ ਬੰਦਾ ਨਹੀਂ ਖੜਾ, ਉਹ ਮਾੜਾ ਕਰਮ ਖੜਾ ਹੈ। ਉਹਨੂੰ ਪਾਸੇ ਕੀਤਾ, ਕਹਿੰਦੇ ਹੋਰ ਕਰਮ ਮਾੜੇ ਬਣ ਗਏ। ਉਹਨੂੰ ਪਾਸੇ ਕੀਤਾ, ਕਹਿੰਦੇ ਇਹੋ ਜਿਹੀ ਦੁੱਤਰ ਜ਼ਿੰਦਗੀ ਹੁੰਦੀ, ਕਹਿੰਦੇ ਸਾਹ ਵੀ ਨਹੀਂ ਨਿਕਲ ਸਕਦਾ ਫਿਰ ਬੰਦੇ ਦਾ। ਉਹਨਾਂ ਤੋਂ ਨਿਕਲਣ ਦਾ ਇਹ ਰਸਤਾ ਨਹੀਂ ਕਿ ਰਸਤਾ ਆਪ ਸਾਫ਼ ਕਰੋ, ਨਾਮ ਕਰੋ, ਨਾਮ ਜਪੋ, ਨਾਮਹੁ ਆਰਾਧੋ ਨਾਮੇ ਹੀ ਲਿਵ ਲਾਈ।
ਨਾਮ ਦਾ ਮਹਾਂਪੁਰਖ ਕਦੀ ਕਿਸੇ ਨੂੰ ਗਲਤ ਰਸਤਾ ਨਹੀਂ ਦੱਸਦੇ। ਕਹਿੰਦੇ ਨਾਮ ਦੇ ਨਾਮ ਰੰਗ ਸਰਬ ਸੁਖ ਹੋਏ। ਫਿਰ ਮਨ ਜੁੜਨ ਦੀ ਕਿਹੜੀ ਗੱਲ ਹੈ। ਮਨ ਫਿਰ ਤਾਂ ਇੰਨਾ ਕੁ ਤੇਰੇ ਵੱਸ ਹੋ ਕੇ ਰਹਿੰਦਾ, ਸ਼ਾਂਤ ਰਹਿੰਦਾ ਹੈ, ਸ਼ਾਂਤ ਪਾਈ ਗੁਰ ਸਤ ਗੁਰ ਪੂਰੇ ਗੁਰੂ ਕੋਲ ਸ਼ਾਂਤੀ ਹੈ ਮਹਾਰਾਜ। ਤਾਂ ਇੱਥੋਂ ਸਿੱਧ ਹੋਇਆ ਹੁਣ ਗੁਰੂ ਤੋਂ ਸ਼ਾਂਤੀ ਲੈਣੀ ਹੈ। ਗੁਰੂ ਵਾਲਾ ਜਦੋਂ ਖੜ ਕੇ ਅਰਦਾਸ ਕਰਦਾ ਨਾ, ਮਹਾਰਾਜ ਮੈਨੂੰ ਸ਼ਾਂਤੀ ਬਖਸ਼ੋ, ਮੇਰੇ ਤੇ ਮੈਨੂੰ ਨਾਮ ਦਿਓ, ਉਦੋਂ ਮਨ ਜੁੜਦਾ ਹੈ। ਉਹ ਜੁੜਨ ਵਰਗੀ ਤਾਂ ਕੋਈ ਬੰਦਗੀ ਨਹੀਂ, ਕੋਈ ਆਖੋ ਸਤਿਨਾਮ, ਭਾਵੇਂ ਅਰਦਾਸ ਹੀ ਕਿਉਂ ਨਹੀਂ ਤੂੰ ਕਰੀ ਜਾਂਦਾ। ਜੁੜਨ ਵਰਗੀ ਕੋਈ ਚੀਜ਼ ਨਹੀਂ। ਜਿਸ ਸਮੇਂ ਤੈਨੂੰ ਜੁੜਨ ਦਾ ਸਮਾਂ ਮਿਲਦਾ, ਭਾਵੇਂ ਉਹ ਮੱਥਾ ਟੇਕ ਰਿਹਾ, ਉਹਦੇ ਵਰਗਾ ਵੀ ਕੋਈ ਸਮਾਂ ਨਹੀਂ, ਤੇ ਉਹਦੇ ਵਰਗਾ ਮਾੜਾ ਸਮਾਂ ਨਹੀਂ ਜਦੋਂ ਉਹਦੇ ਤੋਂ ਬਿਨਾਂ ਬੀਤਦਾ। ਸ਼ਾਂਤ ਪਾਈ ਗੁਰ ਸਤ ਗੁਰ ਪੂਰੇ, ਸ਼ਾਂਤ ਪਾਈ ਗੁਰ ਸਤ ਗੁਰ ਪੂਰੇ, ਸੁਖ ਉਪਜੇ ਬਾਜੇ ਅਨਹਦ ਤੂਰੇ। ਸੁਖ ਉਪਜੇ ਬਾਜੇ ਅਨਹਦ ਤੂਰੇ, ਸ਼ਾਂਤ ਪਾਈ ਗੁਰ ਸਤ ਗੁਰ ਪੂਰੇ, ਸ਼ਾਂਤ ਪਾਈ ਗੁਰ ਸਤ ਗੁਰ ਪੂਰੇ। ਨਾਲ ਗਾਇਨ ਕਰੋ, ਬਸ 5 ਮਿੰਟ ਸਮਾਪਤੀ ਹੈ। ਸੰਤਾਪ ਬਿਨਾਸੇ, ਸੰਤਾਪ ਬਿਨਾਸੇ, ਹਰ ਸਿਮਰਤ ਕਿਲ ਵੇਖ ਸਭ ਨਾਸੇ, ਹਰ ਸਿਮਰਤ ਕਿਲ ਵੇਖ ਸਭ ਨਾਸੇ, ਹਰ ਸਿਮਰਤ ਕਿਲ ਵੇਖ ਸਭ ਨਾਸੇ, ਸ਼ਾਂਤ ਪਾਈ ਗੁਰ ਸਤ ਗੁਰ ਪੂਰੇ, ਸ਼ਾਂਤ ਪਾਈ ਗੁਰ ਸਤ ਗੁਰ ਪੂਰੇ। ਆਨੰਦ ਕਰੋ ਮੈਨੂੰ ਸੁੰਦਰ ਨਾਰੀ, ਗੁਰੂ ਨਾਨਕ ਮੇਰੀ ਪੈਜ ਸਵਾਰੀ, ਗੁਰੂ ਨਾਨਕ ਮੇਰੀ ਪੈਜ ਸਵਾਰੀ, ਗੁਰੂ ਨਾਨਕ ਮੇਰੀ ਪੈਜ ਸਵਾਰੀ, ਸ਼ਾਂਤ ਪਾਈ ਗੁਰ ਸਤ ਗੁਰ ਪੂਰੇ, ਸ਼ਾਂਤ ਪਾਈ ਗੁਰ ਸਤ ਗੁਰ, ਸੁਖ ਉਪਜੇ ਬਾਜੇ ਅਨਹਦ ਤੂਰੇ, ਸੁਖ ਉਪਜੇ ਬਾਜੇ ਅਨਹਦ ਤੂਰੇ, ਸ਼ਾਂਤ ਪਾਈ ਗੁਰ ਸਤ ਗੁਰ, ਸ਼ਾਂਤ ਪਾਈ ਸ਼ਾਂਤ ਪਾਈ ਸ਼ਾਂਤ ਪਾਈ ਸਤ ਗੁਰ ਪੂਰੇ। ਸਾਰੀਆਂ ਸੰਗਤਾਂ
ਨਜੀ ਹੈ। ਬੇਨਤੀ ਸਾਰੀ ਸੰਗਤ ਨੂੰ ਕਿ ਆਪਾਂ ਇਹ ਜਿਹੜਾ 10ਵੀਂ ਦਾ ਦਿਹਾੜਾ ਹੈ ਨਾ, ਹਰੇਕ ਬੰਦਾ ਥੋੜ੍ਹਾ ਥੋੜ੍ਹਾ ਪ੍ਰਚਾਰ